सत श्री अकाल, स्वागत है तुहाडा सारिਆਂ ਦਾ ਇਨਫੋਕਸ ਦੇ ਵਿੱਚ। मैं हाँ रुपिंदर कौर। ਇਨਫੋਕਸ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 2019 ਵਿੱਚ ਰਿਲੀਜ਼ ਹੋਣ ਵਾਲੀ 3D ਐਨੀਮੇਟਿਡ ਮੂਵੀ ਮਦਰਹੁੱਡ ਬਾਰੇ। मदरहुड आधारित है माता साहिब कौर जी की जीवनी ते इतिहास ते की कुछ होएगा मदरहुड विच खास ऐसे संबंधी गलबात करन लई अज साडे नाल स्टूडियो विच मौजूद ने करणदीप सिंह। सत श्री अकाल जी, स्वागत है तुहाडा पीटीसी विच। सत श्री अकाल जी। जिवें असी गल कीती माता साहिब कौर जी की जीवनी ते इतिहास ते आधारित है, जे असी सिख रिलीजन वल नज़र मारीए तां पहली पातशाही श्री गुरु नानक देव जी ने एक शुरुआत की सी, औरतां दे सन्मान की गल की सी, औरतां दे हक्कां की गल की सी। उस तो बाद श्री गुरु गोबिंद सिंह जी ने माता साहिब कौर जी नूं एक नवाजिया, उन्होंने खालसे की माता का दर्जा दिता। हुण तुसी इस सबजैक्ट ते मूवी बनाउण जा रहे हो, किस तरह तुसी सोचिया कि ये जिहड़ा सबजैक्ट है हुण ਉਹ ਸਮਾਂ ਹੈ ਕਿ ਇਸ ਸਬਜੈਕਟ ਤੇ ਮੂਵੀ ਬਣਨੀ ਚਾਹੀਦੀ ਹੈ? ਹੁਣ ਜਿੱਦਾਂ ਅਸੀਂ ਦੇਖਦੇ ਹਾਂ ਕਿ ਜਿੱਦਾਂ ਅਸੀਂ ਚਾਹੁੰਦੇ ਕਿ ਜਿਹੜੇ ਸਾਡੇ ਬੱਚੇ ਆ ਇਤਿਹਾਸ ਨਾਲ ਜੁੜੇ ਰਹਿਣ, ਤਾਂ ਜਿਹੜਾ ਸਾਡਾ ਵਿਸ਼ਾ ਅਸੀਂ ਚੁਣਿਆ ਹੈਗਾ ਆ ਮਾਤਾ ਸਾਹਿਬ ਕੌਰ ਜੀ। ਸਾਡੇ ਦੇ ਧਰਮ ਵਿੱਚ ਹਮੇਸ਼ਾ ਬੀਬੀਆਂ ਨੂੰ ਉੱਚਾ ਦਰਜਾ ਦਿੱਤਾ ਗਿਆ ਆ। ਜਿੱਥੇ ਗੁਰੂ ਅਮਰਦਾਸ ਜੀ ਨੇ ਸਤੀ ਬੰਦ ਕੀਤੀ ਸੀਗੀ, ਜਿੱਥੇ ਪਹਿਲੇ ਸਿੱਖ ਜਿਹੜੇ ਹੋਏ ਬੇਬੇ ਨਾਨਕੀ ਜੀ ਹੋਏ ਆ, ਤਾਂ ਹਮੇਸ਼ਾ ਹੀ ਬੀਬੀਆਂ ਦਾ ਰੋਲ ਬਹੁਤ ਮਹੱਤਵਪੂਰਨ ਤਾਂ ਇੰਪੋਰਟੈਂਟ ਰਿਹਾ। ਪਰ ਜੋ ਅਸੀਂ ਅੱਜ ਦੇਖਦੇ ਹਾਂ ਕਿ ਜੇ ਆਪਣੀ ਇੰਸਟੀਟਿਊਸ਼ਨਸ ਦੇ ਵਿੱਚ ਦੇਖੋ ਜਾਂ ਗੁਰੂ ਘਰਾਂ ਵਿੱਚ ਜਨਰਲੀ ਬੀਬੀਆਂ ਨਹੀਂ ਮੂਹਰੇ ਹੈਗੀਆਂ, ਉਹਨਾਂ ਨੂੰ ਜਾਂ ਪਿੱਛੇ ਰੱਖਿਆ ਜਾਂਦਾ ਜਾਂ ਪਰ ਇਟਸ ਵੈਰੀ ਮੇਲ ਡੋਮੀਨੇਟਡ। ਤਾਂ ਜੋ ਸਾਡਾ ਮਕਸਦ ਇਹਦੇ ਮੂਵੀ ਦੇ ਰਾਹੀਂ ਸੀਗਾ ਕਿ ਅਸੀਂ ਚਾਹੁੰਦੇ ਕਿ ਰੀਲੀ ਫੋਕਸਿੰਗ ਕਿ ਫੀਮੇਲ ਇੰਪਾਵਰਮੈਂਟ ਤੇ, ਕਿ ਜਿਹੜੀਆਂ ਸਾਡੀਆਂ ਬੱਚੀਆਂ ਆ, ਜਿਹੜੀ ਆਉਣ ਵਾਲੀ ਪਨੀਰੀ ਆ, ਸਾਡਾ ਜਿਹੜਾ ਭਵਿੱਖ ਆ, ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਰੋਲ ਮਾਡਲ ਪੇਸ਼ ਕੀਤਾ ਜਾਵੇ ਜਿਹਦੇ ਨਾਲ ਉਹ ਕਨੈਕਟ ਹੋਣ, ਤਾਂ ਦੇਖਣ ਤਾਂ ਉਹਨਾਂ ਨੂੰ ਵੀ ਉਤਸ਼ਾਹ ਵਧੇ ਕਿ ਅਸੀਂ ਵੀ ਤਰੱਕੀ ਕਰ ਸਕਦੇ ਹਾਂ, ਕਿ ਅਸੀਂ ਵੀ ਇਕੁਅਲ ਹੈਗੇ, ਅਸੀਂ ਬਰਾਬਰ ਹੈਗੇ, ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਦਰਜਾ ਦਿੱਤਾ ਸੀਗਾ। जी, सिख इतिहास की गल करिए तो सिख इतिहास अपने आप में बहुत विशाल है। इस खजाने में काफ़ी कुछ सिख कौम जी हैगी वो समो के बैठी है। पहले असी देखिया 3D एनीमेटेड फिल्म्स आई हैं जिसनों वर्ल्ड वाइड हर उम्र वर्ग के लोगों ने पसंद किया, बच्चों तो लैके बजुर्गों तक। एक कोशिश सीगी कि बच्चों तक वो इतिहास पहुँचाया जाए। हुण तुसी भी उस लड़ी नूं अगे वधा रहे हो, पर जदों असी अजिहे सबजैक्ट्स लैके आने तो उसके पिछे बहुत एक रिसर्च वर्क जुड़ता है, तो वो रिसर्च वर्क नूं कितना टाइम लग्या? बहुत टाइम लगता है जी। ਜਿਹੜਾ ਮਾਤਾ ਸਾਹਿਬ ਕੌਰ ਜੀ ਦਾ ਜੈਨੂਇਨ ਜਿਹੜਾ ਇਤਿਹਾਸ ਆ, ਅਸੀਂ ਚਾਹੁੰਦੇ ਕਿ ਜਿਹੜਾ ਕਰੈਕਟ ਐਂਡ ਐਕੂਰੇਸੀ ਆ ਜਿਹੜੀ ਹਿਸਟਰੀ ਦੀ ਬਹੁਤ ਇੰਪੋਰਟੈਂਟ ਹੈ। ਇਸ ਕਰਕੇ ਸਾਡੇ ਕੋਲ ਇੱਕ ਟੀਮ ਹੈਗੀ ਆ ਜਿਹੜੇ ਹਿਸਟੋਰੀਕਲ ਡਾਕੂਮੈਂਟੇਸ਼ਨ ਜਿਹੜੀ ਆ, ਜਿਹੜੀ ਖੋਜ ਕਈ ਸਾਲਾਂ ਦੀ ਕਰ ਰਹੀ ਆ। ਤੇ ਨਾਲ ਦੀ ਨਾਲ ਹੁਣ SGPC ਦੀ ਵੀ ਹੈਗੀ ਪੈਨਲ ਜਿਹਨੇ ਨਾਲ ਹੁਣ ਸਾਡਾ ਕੰਪਲੀਟ ਜਿੱਦਾਂ ਕੋਲੈਬੋਰੇਸ਼ਨ ਜਾਂ ਕੋਆਪਰੇਸ਼ਨ ਆ, ਕਿ ਜਿੱਦਾਂ ਸਾਡੀ ਸਕ੍ਰਿਪਟ ਉਹਨਾਂ ਤੋਂ ਕਰ ਜਾਂਦੀ ਆ ਇਤਿਹਾਸਕ ਤੌਰ ਤੇ, ਫਿਰ ਵੈਲੀਡੇਸ਼ਨ ਹੁੰਦੀ ਆ। ਪਰ ਇਹ ਜਿਹੜਾ ਪ੍ਰੋਸੀਜਰ ਹੈ, ਯੈਸ ਇਜ਼ ਵੈਰੀ ਕਾਫੀ ਮਿਹਨਤ ਦਾ ਕੰਮ ਆ, ਪਰ ਸਾਡਾ ਇਹੀ ਅਸੀਂ ਚਾਹੁੰਦੇ ਕਿ ਜਿਹੜਾ ਸਾਡਾ ਇਤਿਹਾਸ ਹੋਵੇ, ਸਹੀ ਇਤਿਹਾਸ ਪੇਸ਼ ਹੋਵੇ ਮੂਵੀ ਦੇ ਵਿੱਚ। जी, टैक्नीकल एस्पैक्ट तो गल करिए, जो होर फिल्मां बनदियां तो कई बार प्रोडक्शन च जाके बहुत कुछ चेंज हो जाता है, पर जो एनीमेटेड फिल्मां दी आपां गल करदे हां तां डायरैक्शन स्क्रिप्ट ते जिन्ना काम है वो फाइनल वर्क हुंदा है। उस तो बाद जो फिर आप ऑनलाइन बैठ के काम करते हैं वो काफ़ी रूपरेखा वो बदली जाती है। कितना को टैक्नीकल टीम तुहाडे नाल इस फिल्म से जुड़ी हुई है? साडी टैक्नीकल टीम बहुत है। असी ਜਿਹੜੀ मूवी ਜਿਹੜੀ एनीमेशन स्टूडियो से 4 ਸਾਹਿਬਜ਼ਾਦੇ ਬਣਾਏ ਸੀ, आई रियलिटीज़, ਉਹ ਮੁੰਬਈ ਦੀ बेस टीम ਆ। ਉਹਨਾਂ ਦੇ ਇਸ ਵੇਲੇ ਐਜ਼ ਵੀ ਸਪੀਕ 70+ ਬੰਦੇ ਆ ਜਿਹੜੇ ਇਸ ਵੇਲੇ ਐਨੀਮੇਸ਼ਨ ਸਾਡੇ ਲਈ ਬਣਾ ਰਹੇ ਆ। ਤਾਂ ਉਹ ਜਿਹੜੀ ਉਹਨਾਂ ਦੀ ਸਕਿੱਲ ਸੈਟ ਆ ਵੈਰੀ ਐਡਵਾਂਸਡ ਆ। ਤਾਂ ਈਵਨ ਇਨ ਟਰਮਸ ਉਹਨਾਂ ਦੀ ਜਿਹੜੀ ਨੌਲੇਜ ਆ ਸਿੱਖੀ ਤਰ੍ਹਾਂ, ਕਿਉਂਕਿ ਉਹਨਾਂ 4 ਸਾਹਿਬਜ਼ਾਦੇ ਦੀ ਮੂਵੀ ਬਣਾਈ ਸੀ, ਉਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਹੈ ਸਾਡੇ ਧਰਮ ਬਾਰੇ, ਅਸੀਂ ਸਾਡੀ ਕਿੱਦਾਂ ਹਾਇਰਾਰਕੀ ਕਿੱਦਾਂ ਆ, ਅਸੀਂ ਕਿੱਦਾਂ ਚੱਲਣਾ ਆ, ਸਾਡੀ ਜਿਹੜੀ ਸਿੱਖ ਸੈਂਸਿਟਿਵਿਟੀਜ਼ ਆ ਕਿ ਅਸੀਂ ਗੁਰੂ ਸਾਹਿਬ ਨੂੰ ਨਹੀਂ ਪੇਸ਼ ਕਰ ਸਕਦੇ, ਨਹੀਂ ਆਵਾਜ਼ ਦੇ ਸਕਦੇ, ਇਹ ਗੱਲਾਂ ਉਹ ਪੂਰੀਆਂ ਸਮਝਦੇ ਆ। ਇਸ ਕਰਕੇ ਅਸੀਂ ਆਰ ਰਿਐਲਿਟੀਜ਼ ਚਾਹੁੰਦੇ ਸੀ ਉਹਨਾਂ ਦਾ ਐਕਸਪੀਰੀਅੰਸ 4 ਸਾਹਿਬਜ਼ਾਦੇ ਤੋਂ। ਤਾਂ ਹੁਣ ਅਸੀਂ ਇਹ ਵੀ ਗਾਂ ਉਹਨਾਂ ਤੇ ਉਮੀਦ ਹੈ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕਰਨਾ।
ਜੀ ਮਾਤਾ ਸਾਹਿਬ ਕੌਰ ਜੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਿਵੇਂ ਆਪਾਂ ਗੱਲ ਕੀਤੀ ਕਿ ਬਹੁਤ ਵਿਸ਼ਾਲ ਇਤਿਹਾਸ ਹੈਗਾ ਜੋ ਉਹਨਾਂ ਨਾਲ ਜੁੜਿਆ ਹੋਇਆ, ਪਰ ਲੋਕਾਂ ਨੂੰ ਸ਼ਾਇਦ ਸਿਰਫ ਇੰਨਾ ਹੀ ਪਤਾ ਹੈ ਕਿ ਉਹਨਾਂ ਦੇ ਅਨੰਦ ਕਾਰਜ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਸਨ। ਇਸ ਤੋਂ ਜ਼ਿਆਦਾ ਸ਼ਾਇਦ ਇਸ ਬਾਰੇ ਹਾਲੇ ਤੱਕ ਦੱਸਿਆ ਨਹੀਂ ਗਿਆ। ਹੁਣ ਜਦੋਂ ਤੁਸੀਂ ਇਹ ਸਬਜੈਕਟ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹੋ, ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯੂਥ ਉਸ ਹਿਸਟਰੀ ਨਾਲ ਕਨੈਕਟਡ ਰਹਿ ਸਕੇ, ਪਰ ਮਾਤਾ ਸਾਹਿਬ ਕੌਰ ਜੀ ਦੀ ਇਮੇਜ ਪ੍ਰੈਜ਼ੈਂਟ ਕਰਨਾ ਕਿਵੇਂ, ਉਹਨਾਂ ਦੀ ਜਿਹੜੀ ਪਿਕਚਰਸ ਹਜੇ ਤੱਕ ਆਈਆਂ ਸੀ, ਉਸ ਪਿਕਚਰ ਨੂੰ ਕਿਵੇਂ ਉਸ ਫਿਲਮ 'ਚ ਮੇਨਟੇਨ ਰੱਖਿਆ ਜਾਏ, ਉਹਨਾਂ ਦੀ ਆਵਾਜ਼ ਤੇ ਕਿਸ ਦੀ ਆਵਾਜ਼ ਸੂਟ ਕਰੇਗੀ, ਇਹ ਸਭ ਕੰਮ ਕਿਵੇਂ ਚੱਲ ਰਿਹਾ? ਇਹ ਵੀ ਬਹੁਤ ਇੰਪੋਰਟੈਂਟ ਕੰਮ ਹੈ ਤੇ ਇਹ ਬਹੁਤ ਜਿੱਦਾਂ ਖੋਜ ਨਾ ਸੋਚ ਸਮਝ ਕੇ ਇਹ ਕੀਤਾ ਜਾ ਰਿਹਾ ਹੈ, ਕਿਉਂਕਿ ਜੋ ਮਾਤਾ ਸਾਹਿਬ ਕੌਰ ਜੀ ਹੈ ਤਾਂ ਜੋ ਉਹਨਾਂ ਦੀ ਦੇਣ ਆ, ਜਿੱਦਾਂ ਆਪ ਜੀ ਨੇ ਕਿਹਾ ਨਹੀਂ ਬਹੁਤਾ ਪੰਥ ਜਾਣੂ। ਹੁਣ ਮਾਤਾ ਸਾਹਿਬ ਕੌਰ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚਖੰਡ ਨੂੰ ਗਮਨ ਪਿਆਨਾ ਕੀਤਾ ਸੀਗਾ, ਉਸ ਤੋਂ ਬਾਅਦ ਮਾਤਾ ਸਾਹਿਬ ਕੌਰ ਨੇ 40 ਸਾਲਾਂ ਲਈ ਪੰਥ ਦੀ ਅਗਵਾਈ ਕੀਤੀ ਸੀਗੀ। ਉਹ ਪੰਥ ਦੇ ਜਥੇਦਾਰ ਸੀਗੇ। ਦਿੱਲੀ ਤੋਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਇੱਥੋਂ ਤੋਂ ਲੈ ਕੇ ਜੱਸਾ ਸਿੰਘ ਆਹਲੂਵਾਲੀਆ ਤੇ ਨਵਾਬ ਕਪੂਰ ਸਿੰਘ ਆਪਣਾ ਸਪਿਰਿਚੁਅਲ ਡਾਇਰੈਕਸ਼ਨ ਤਾਂ ਪੋਲੀਟੀਕਲ ਡਾਇਰੈਕਸ਼ਨ ਮਾਤਾ ਜੀ ਤੋਂ ਹੀ ਲੈਂਦੇ ਸੀਗੇ। ਹੁਣ ਇਹ ਕਿੱਡੀ ਵੱਡੀ ਗੱਲ ਆ ਕਿ 300 ਸਾਲ ਪਹਿਲਾਂ ਇੱਕ ਫੀਮੇਲ ਸਿੱਖ ਪੰਥ ਦੇ ਲੀਡਰ ਸੀਗੇ ਤਾਂ ਉਹ ਵੀ ਪੂਰੀ ਜਥੇਦਾਰੀ ਸਾਂਭਦੇ ਸੀਗੇ। ਸੋ ਜਿੱਥੇ ਮਾਤਾ ਜੀ ਕੋ ਮਮਤਾ ਸੀ, ਜਿੱਥੇ ਉਹਨੇ ਪਤਾਸਿਆਂ ਵਿੱਚ ਅੰਮ੍ਰਿਤ ਵਿੱਚ ਪਤਾਸੇ ਪਾਏ ਸੀ, ਉੱਥੇ ਨਾਲ ਦੀ ਨਾਲ ਮਾਤਾ ਜੀ ਨੇ ਜਥੇਦਾਰੀ ਵੀ ਸਾਂਭੀ ਸੀ। ਇਹ ਇਤਿਹਾਸ ਬਹੁਤ ਜ਼ਰੂਰੀ ਆ ਸਾਡੇ ਬੱਚਿਆਂ ਤੱਕ ਪਹੁੰਚਾਉਣਾ। ਤਾਂ ਅਸੀਂ ਐਨੀਮੇਸ਼ਨ ਕਿਉਂ ਚੁਣਿਆ? ਇਹ ਕਿਉਂ ਕਰਕੇ ਐਨੀਮੇਸ਼ਨ ਇਸ ਵਜ੍ਹਾ ਬੱਚੇ ਜੇ ਸਾਡੇ ਕਨੈਕਟ ਕਰਦੇ ਆ। ਜੇ ਅਸੀਂ ਆਪਣੇ ਆਮ ਬੱਚੇ ਦੇਖੋ, ਕੋਈ ਬੱਚਾ ਕਹਿੰਦਾ ਕਿ ਕੋਈ ਦੇਖਦੇ ਆ, ਕੋਈ ਕਹਿ ਰਿਹਾ ਕਿ ਮੈਂ ਸਪਾਈਡਰਮੈਨ ਬਣਨਾ, ਕੋਈ ਕਹਿੰਦਾ ਮੈਂ ਸੁਪਰਮੈਨ ਬਣਨਾ, ਪਰ ਕਿਉਂ ਨਾ ਅਸੀਂ ਆਪਣਾ ਇਤਿਹਾਸ ਇਸ ਤਰ੍ਹਾਂ ਪੇਸ਼ ਕਰੀਏ, ਇੰਨੀ ਹਾਈ ਕੁਆਲਿਟੀ ਦੀ ਐਨੀਮੇਸ਼ਨ ਹੋਵੇ ਕਿ ਬੱਚਾ ਕਹੇ ਮੈਂ ਵੀ ਮਾਤਾ ਸਾਹਿਬ ਕੌਰ ਜੀ ਵਰਗਾ ਬਣਨਾ ਚਾਹੁੰਦੀ ਹਾਂ, ਮੈਂ ਵੀ ਬਾਬਾ ਫਤਿਹ ਸਿੰਘ ਜੀ ਵਰਗਾ ਬਣਨਾ ਚਾਹੁੰਦਾ। ਤਾਂ ਇਹ ਸਾਡਾ ਜਿਹੜਾ ਮਿਸ਼ਨ ਇਹੀ ਆ ਕਿ ਸਾਡੇ ਬੱਚੇ, ਸਾਡੇ ਆਉਣ ਵਾਲੀ ਪਨੀਰੀ, ਉਹਨਾਂ ਨੂੰ ਇਨਸਪੀਰੇਸ਼ਨ ਮਿਲੇ ਥਰੂ ਦਿਸ, ਪਰ ਉਹਨਾਂ ਨੂੰ ਕਨੈਕਸ਼ਨ ਹੋਵੇ। ਕਿ ਜੇ ਅਸੀਂ ਕਹਦੇ ਕਿ ਸਾਡੇ ਬੱਚਿਆਂ ਨੇ ਹੁਣ ਬਹਿ ਕੇ ਸੁਣਨਾ ਆ, ਉਹ ਥੋੜਾ ਜਿਹਾ ਸਮਾਂ ਗਿਆ, ਕਿਉਂਕਿ ਹੁਣ ਡਿਜੀਟਲ ਏਜ ਆ। ਬੱਚੇ ਅੱਜ ਕੱਲ੍ਹ ਆਮ ਬੱਚੇ ਟਿਕ ਫੋਨ ਤੇ ਚੱਲੀ ਜਾਂਦਾ ਜਾਂ ਕੰਪਿਊਟਰ, ਇਹੀ ਆ। ਹੁਣ ਅਸੀਂ ਚਾਹੁੰਦੇ ਉਹਦੇ ਵਿੱਚ ਟੈਪ ਇਨ ਕਰੀਏ ਉਹ ਟੈਕਨੋਲੋਜੀ ਦੇ ਵਿੱਚ ਚੰਗੇ ਢੰਗ ਨਾਲ, ਜਿਹਦੇ ਨਾਲ ਸਾਡੇ ਬੱਚੇ ਜੁੜਨ ਤਾਂ ਗੁਰੂ ਘਰਾਂ ਨਾਲ ਜੁੜੇ ਰਹਿਣ, ਗੁਰਬਾਣੀ ਨਾਲ ਜੁੜਨ। ਜੀ ਤੁਹਾਡੇ ਨਾਲ ਗੱਲਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਗੱਲਬਾਤ ਹੋ ਰਹੀ ਹੈ 2019 ਵਿੱਚ ਮਾਤਾ ਸਾਹਿਬ ਕੌਰ ਜੀ ਦੇ ਇਤਿਹਾਸ ਤੇ ਜੀਵਨੀ ਤੇ ਰਿਲੀਜ਼ ਹੋਣ ਵਾਲੀ ਫਿਲਮ ਮਦਰਹੁੱਡ ਬਾਰੇ। ਜਿਵੇਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਕਿ ਬੱਚਿਆਂ ਨੂੰ ਇਹ ਫਿਲਮ ਕਨੈਕਟ ਕਰੇ, ਉਹਨਾਂ ਨਾਲ ਜੁੜੇ ਬਹੁਤ ਜ਼ਰੂਰੀ ਹੋ ਚੁੱਕਾ ਹੈ ਅੱਜ ਦੇ ਟਾਈਮ ਵਿੱਚ। ਅਸੀਂ ਜਦੋਂ ਆਪਣੀ ਗੱਲ ਕਰੀਏ ਤਾਂ ਸਾਡੀਆਂ ਦਾਦੀਆਂ ਨੇ, ਨਾਨੀਆਂ ਨੇ ਸਾਨੂੰ ਸਾਖੀਆਂ ਸੁਣਾਈਆਂ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸੱਚੀ ਕਹਾਣੀਆਂ ਜੋ ਗੁਰੂ ਸਾਹਿਬ ਦੀਆਂ ਹੈਗੀਆਂ, ਉਹਨਾਂ ਨੇ ਸਾਨੂੰ ਦੱਸਿਆ, ਜੋ ਇਤਿਹਾਸ ਉਹਨਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ ਹੈ। ਪਰ ਅੱਜ ਜਦੋਂ ਅਸੀਂ ਇਹਨਾਂ ਕੰਟਰੀਜ਼ ਵਿੱਚ ਰਹਿੰਦੇ ਹਾਂ, ਸਾਡੇ ਲਈ ਔਖਾ ਹੈ ਕਿ ਸਾਡੀ ਅਗਲੀ ਪੀੜ੍ਹੀ ਤੱਕ ਉਹ ਇਤਿਹਾਸ ਸਾਡੇ ਗ੍ਰੈਂਡ ਪੇਰੈਂਟਸ ਦੇ ਜ਼ਰੀਏ ਪਹੁੰਚਾਇਆ ਜਾ ਸਕੇ, ਬਿਕਾਜ਼ ਕਈਆਂ ਦੇ ਗ੍ਰੈਂਡ ਪੇਰੈਂਟਸ ਇੱਥੇ ਨਹੀਂ ਵੀ ਹੈਗੇ। ਅਜਿਹੇ ਵਿੱਚ ਜਦੋਂ ਤੁਸੀਂ ਇਹ ਇਨੀਸ਼ੀਏਟਿਵ ਲਿਆ, ਇਹ ਐਫਰਟ ਲਿਆ ਕਿ ਹਿਸਟਰੀ ਬੱਚਿਆਂ ਤੱਕ ਪਹੁੰਚਾਈ ਜਾ ਸਕੇ, ਇਟਸ ਰੀਅਲੀ ਕਮੈਂਡੇਬਲ। ਥੈਂਕ ਯੂ। ਇਸ ਜਦੋਂ ਹੁਣ ਇਹ ਹਿਸਟਰੀ ਬੱਚਿਆਂ ਤੱਕ ਪਹੁੰਚੇਗੀ, ਪਹਿਲੇ ਵੀ ਜਦੋਂ 3D ਐਨੀਮੇਟਿਡ ਫਿਲਮਸ ਆਈਆਂ ਤਾਂ ਅਸੀਂ ਉਸ ਤੋਂ ਬਾਅਦ ਦੇਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਜਦੋਂ ਫਿਲਮਾਂ ਆਈਆਂ ਤਾਂ ਬੱਚਿਆਂ ਨੇ ਕਿਤੇ ਨਾ ਕਿਤੇ ਇਹ ਕੋਸ਼ਿਸ਼ ਕੀਤੀ ਕਿ ਅਸੀਂ ਵੀ ਉਹ ਪਹਿਰਾਵਾ ਪਹਿਨੀਏ, ਉਹਨਾਂ ਦੀ ਤਰ੍ਹਾਂ ਬੋਲੀਏ, ਉਹਨਾਂ ਦੀ ਤਰ੍ਹਾਂ ਜਿਵੇਂ ਫਾਈਟ ਸੀਕੁਐਂਸ ਸੀਗੇ ਉਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਫਿਲਮ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਕਨੈਕਟ ਕਰ ਪਾਏਗੀ ਬੱਚਿਆਂ ਨੂੰ? ਉਹ ਜਿੱਦਾਂ ਹੁਣ ਤਾਂ 4 ਸਾਹਿਬਜ਼ਾਦੇ ਮੂਵੀ ਕਹੀ ਸੀ, ਮੈਂ ਆਪਣੀ ਪਰਸਨਲ ਤੌਰ ਤੇ ਮੇਰਾ ਹੁਣ 3.5 year ਬੱਚਾ ਆ, ਉਹ ਇਸ ਵੇਲੇ ਇੰਨਾ ਚਾਅ ਨਾਲ 4 ਸਾਹਿਬਜ਼ਾਦੇ ਦੀ ਮੂਵੀ ਦੇਖਦਾ ਆ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਬਾਅਦ ਚ ਆਈ ਸੀ, ਉਹਨੂੰ ਇੰਨਾ ਚਾਅ ਕਿ ਮੈਂ ਬਾਣਾ ਪਾਵਾਂ, ਕਿ ਮੈਂ ਦਸਤਾਰ ਸਜਾਵਾਂ। ਉਹ ਇੰਨੀ ਪੰਜਾਬੀ ਵੀ ਉੱਥੋਂ ਕਰਕੇ ਹੁਣ ਅਸੀਂ ਵਿਦੇਸ਼ਾਂ 'ਚ ਰਹਿ ਰਹੇ ਹਾਂ, ਇਹ ਸੱਚ ਹੈ ਕਿ ਕਈਆਂ ਘਰਾਂ 'ਚ ਪੰਜਾਬੀ ਬੱਚਿਆਂ ਤੱਕ ਨਹੀਂ ਪਹੁੰਚ ਰਹੀ। ਉਹਦੇ ਰਾਹੀਂ ਉਹਨੇ ਪੰਜਾਬੀ ਦੇ ਲਫ਼ਜ਼ ਵੀ ਬਹੁਤ ਕੁਝ ਸਿੱਖ ਲਿਆ। ਤਾਂ ਇਸ ਕਰਕੇ ਅਸੀਂ ਇਹੀ ਚਾਹੁੰਦੇ ਕਿ ਜਿੱਦਾਂ ਨਾ ਤਾਂ ਇੱਦਾਂ ਹੀ ਬੱਚੇ ਜੁੜੇ ਰਹਿਣ, ਜਿੱਦਾਂ ਮਾਈ ਸਨ ਇਜ਼ ਤਾਂ ਮੈਂ ਉਹਦੇ ਵਾਸਤੇ ਤਾਂ ਉਸੇ ਉਮਰ ਦੇ ਬੱਚੇ ਜਦੋਂ ਇਹ ਮੂਵੀ ਦੇਖੇ ਉਹ ਵੀ ਇੰਨੇ ਇੰਸਪਾਇਰ ਹੋ ਰਹੇ, ਕਿਉਂ ਕਰਕੇ ਜੋ ਮਾਤਾ ਸਾਹਿਬ ਕੌਰ ਦੀ ਦੇਣ ਆ। ਤਾਂ ਜਿਹੜੀ ਸਾਡੀ ਕੁਆਲਿਟੀ ਆ, ਸਾਡਾ ਜਿਹੜਾ ਮੇਨ ਫੋਕਸ ਆ, ਦ ਕੁਆਲਿਟੀ ਆਫ ਦ ਐਨੀਮੇਸ਼ਨ, ਉਹ ਬਹੁਤ ਹਾਈ ਸਟੈਂਡਰਡ ਦੀ ਹੋਊਗੀ, ਜਿੱਦਾਂ 4 ਸਾਹਿਬਜ਼ਾਦਿਆਂ ਦੀ ਸੀ ਉਦੋਂ ਅਗਾਂਹ, ਕਿਉਂਕਿ ਟੈਕਨੋਲੋਜੀ ਐਡਵਾਂਸਡ ਹੁੰਦੀ ਰਹਿੰਦੀ ਆ। ਤਾਂ ਉਸ ਦੇ ਹਿਸਾਬ ਨਾਲ ਤਾਂ ਜਿਹੜਾ ਸਾਡਾ ਡਿਟੇਲ ਹੈ, ਜਿਹੜੇ ਅਸੀਂ ਬਰੀਕੀ ਦੇ ਵਿੱਚ ਕੰਮ ਕਰ ਰਹੇ ਹਾਂ, ਉਸੇ ਤਰ੍ਹਾਂ ਮਾਲਕ ਦੀ ਕਿਰਪਾ ਨਾਲ ਅਸੀਂ ਇਹ ਉਮੀਦ ਕਰਦੇ ਕਿ ਬੱਚਿਆਂ ਨੂੰ ਇਹੀ ਵੀ ਇੰਨੀ ਉਤਸ਼ਾਹ ਨਾਲ ਦੇਖੂਗਾ ਐਂਡ ਉਹ ਇੰਸਪਾਇਰ them as well। ਪਰ ਜਦੋਂ ਇੰਨਾ ਵੱਡਾ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ, ਇਸ ਨੂੰ ਸੰਗਤ ਦਾ ਪ੍ਰੋਜੈਕਟ ਦਾ ਨਾਂ ਦਿੱਤਾ ਗਿਆ ਕਿਉਂਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਪੂਰਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਕਿਸੇ ਡਾਇਰੈਕਟਰ ਤੱਕ ਅਪਰੋਚ ਕਿਉਂ ਨਹੀਂ ਕੀਤੀ ਗਈ ਜੋ ਕਿਉਂਕਿ ਆਪਣੀ ਉਹਨਾਂ ਦੀ ਐਕਸਪਰਟੀਜ਼ ਹੁੰਦੀ ਹੈ, ਉਹ ਇਸ ਨੂੰ ਹੋਰ ਇੱਕ ਬਿਹਤਰ ਰੂਪ ਵਿੱਚ ਸ਼ਾਇਦ ਪੇਸ਼ ਕਰ ਸਕਦੇ ਸੀ?
ਇਹ ਜਿਹੜਾ ਸਾਡਾ ਅਸੀਂ ਜਿੱਦਾਂ ਨਾ ਜੋ ਸੋਚਿਆ ਸੀਗਾ ਕਿ ਅਸੀਂ ਚਾਹੁੰਦੇ ਕਿ ਜਿਹੜੀ ਮੂਵੀ ਬਣੇ ਉਸ ਵਿਅਕਤੀ ਤੋਂ ਬਣੇ ਜਾਂ ਉਸ ਇੰਡੀਵਿਜੂਅਲਸ ਜਾਂ ਗਰੁੱਪ ਆਫ ਇੰਡੀਵਿਜੂਅਲ ਬਣੇ ਜਿਨ੍ਹਾਂ ਨੂੰ ਪੂਰਾ ਦਿਲੋਂ ਪਿਆਰ ਆ ਹਨਾ, ਜਿਹੜੀ ਦਿਲੋਂ ਕਨੈਕਸ਼ਨ ਹੈ, ਕਿਉਂਕਿ ਫਿਰ ਉਹ ਜਿਹੜੀ ਕਨੈਕਸ਼ਨ ਹੈ ਤਾਂ ਜਿਹੜੀ ਉਹ ਫਿਰ ਮੂਵੀ ਦੇ ਵਿੱਚ ਵੀ ਜਾਊਗੀ, ਸਮਾਈ ਜਾਊਗੀ। ਐਂਡ ਇਨ ਦ ਸੇਮ ਵੇ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਹੈ ਡਾਕਟਰ ਕਰਨਦੀਪ ਸਿੰਘ, ਉਹਨਾਂ ਤੇ ਬਹੁਤ ਕਿਰਪਾ ਆ, ਉਹਨਾਂ ਦੀ ਸਿੱਖ ਹਿਸਟਰੀ ਦੀ ਜਿਹੜੀ ਨੌਲੇਜ ਆ, ਉਹਨਾਂ ਦੀ ਜੀ ਐਕਸਪਰਟੀਜ਼ ਇਨ ਟਰਮਸ ਆਫ ਜਿਹੜੇ ਉਹਦੀ ਸਕਿੱਲ ਸੈਟ ਆ, ਉਹ PhD ਹੈਗੀ ਉਹਨਾਂ ਦੀ ਮੈਥਮੈਟਿਕਸ ਵਿੱਚ, ਤੇ ਵੈਰੀ ਇੰਟੈਲੀਜੈਂਟ ਜਿੱਦਾਂ ਐਂਡ ਉਸ ਕਰਕੇ ਉਹ ਜਿਹੜੀ ਸਾਰੀ ਸਕਿੱਲ ਸੈਟ ਉਹਨਾਂ ਦੀ ਹੈਗੀ ਆ ਜੋ ਉਹ ਲੈ ਕੇ ਆ ਰਹੇ, ਉਹ ਸਾਰੀ ਇਸ ਮੂਵੀ ਵਿੱਚ ਉਹ ਆਪਣਾ ਸਕਿੱਲ ਸੈਟ ਲੈ ਕੇ ਆਉਣਗੇ। ਤਾਂ ਸਾਡੀ ਇਹੀ ਉਮੀਦ ਹੈ ਕਿ ਕਾਕੇ ਸੰਗ ਦਾ ਉਪਰਾਲਾ ਹੈ, ਜਿਹੜੀ ਸੰਗ ਦੇ ਉਪਰਾਲੇ ਹੁੰਦੇ ਉਹਦੇ ਸੰਗਤ ਦੀਆਂ ਸੀਸਾਂ ਹੁੰਦੀਆਂ। ਤਾਂ ਜਿਹੜੀ ਸਿੱਖ ਕੌਮ ਆ ਇਹ ਹਮੇਸ਼ਾ ਸੰਗਤ ਨੂੰ ਹੀ ਪਹਿਰ ਦਿੱਤੀ ਆ, always the ਸੰਗਤ has always been the most important। ਤਾਂ ਅਸੀਂ ਇਹੀ ਆਸ ਕਰਦੇ ਹਾਂ ਕਿ ਜਿੱਦਾਂ ਹਮੇਸ਼ਾ ਜਿੱਥੇ ਵੀ ਲੰਗਰ ਚੱਲਦੇ ਹੋਣ ਉਹ ਵੀ ਸੰਗਤਾਂ ਹੀ ਚਲਾਉਂਦੀਆਂ ਆ, ਜਿੱਥੇ ਅਸੀਂ ਹੋਰ ਵੀ ਕੋਈ ਨਗਰ ਕੀਰਤਨ ਕੁਛ ਵੀ ਕਰਦੇ ਸੰਗਤਾਂ ਰਲ ਕੇ ਕਰਾਉਂਦੀਆਂ। ਤਾਂ ਇਹ ਵੀ ਕੋਈ ਵੱਡੀ ਗੱਲ ਨਹੀਂ ਸਾਡੀ ਕੌਮ ਲਈ, ਸਾਡੇ ਸਿੱਖ ਥਾਂ ਵਸਦੇ ਆ, ਮਹਾਰਾਜ ਦੀ ਕਿਰਪਾ ਨਾਲ ਤਾਂ ਬਹੁਤ ਤਰੱਕੀ ਕੀਤੀ ਆ। ਤਾਂ ਸਾਨੂੰ ਬਹੁਤ ਉਮੀਦ ਹੈ ਕਿ ਸਾਡੀ ਜਿਹੜੀ ਕੌਮ ਆ ਸਾਡੇ ਨਾਲ ਚੱਲੂਗੀ, ਤਾਂ ਸਾਨੂੰ ਉਤਸ਼ਾਹ ਵੀ ਦਊਗੀ, ਸੀਸਾਂ ਵੀ ਮਿਲੂਗੀਆਂ ਇਸ ਪ੍ਰੋਜੈਕਟ ਤੇ, ਤਾਂ ਸਾਡੇ ਨਾਲ ਰਲ ਕੇ ਇਸ ਮੂਵੀ ਨੂੰ ਸਕਸੈਸਫੁਲ ਬਣਾਉਣਗੇ। ਜੀ ਵੈਸੇ ਵੀ ਦੇਖਿਆ ਕਿ ਜਿਸ ਪ੍ਰੋਜੈਕਟ ਨਾਲ ਅਸੀਂ ਕਹਿ ਸਕਦੇ ਹਾਂ ਜਾਂ ਫਿਰ ਜਿਸ ਸੇਵਾ ਦੇ ਨਾਲ ਸੰਗਤ ਜੁੜ ਜਾਂਦੀ ਹੈ ਉਹ ਸੇਵਾ ਜਿਹੜੀ ਹਮੇਸ਼ਾ ਸਿਰੇ ਚੜ੍ਹਦੀ ਹੈ। ਤੇ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਜਿਸ ਸੋਚ ਨੂੰ ਲੈ ਕੇ, ਜਿਸ ਮੋਟਿਵ ਨੂੰ ਲੈ ਕੇ ਤੁਸੀਂ ਇਹ ਸ਼ੁਰੂਆਤ ਕੀਤੀ ਹੈ ਉਹ ਜ਼ਰੂਰ ਪੂਰਾ ਹੋਏ। ਜਿਵੇਂ ਤੁਸੀਂ ਕਿਹਾ ਕਿ ਇਹ ਸੰਗਤ ਦਾ ਪ੍ਰੋਜੈਕਟ ਹੈਗਾ ਤੇ ਸੰਗਤ ਇਸ ਵਿੱਚ ਹੋਰ ਸਹਿਯੋਗ ਪਾਉਣਾ ਚਾਹੁੰਦੇ ਨੇ ਤਾਂ ਉਹ ਕਿਸ ਤਰ੍ਹਾਂ ਕਰ ਸਕਦੇ ਨੇ? ਹੁਣ ਜਿਹੜਾ ਸਹਿਯੋਗ ਕਈ ਤਰ੍ਹਾਂ ਦਿੱਤਾ ਜਾ ਸਕਦਾ ਹੈ। ਪਹਿਲਾਂ ਤਾਂ ਹੈਗਾ ਮਾਇਕ ਤੌਰ ਤੇ, ਮਹਾਰਾਜ ਦੀ ਕਿਰਪਾ ਨਾਲ ਅਸੀਂ ਇੱਕ ਆਨਲਾਈਨ ਪਲੇਟਫਾਰਮ ਹੈਗੀ ਹੈ GoFundMe, ਤਾਂ ਉਹਦੇ ਉੱਤੇ ਜੇ ਕੋਈ ਦੀ ਇੱਛਾ ਹੈ ਉਹ ਆਪਣਾ ਹਿੱਸਾ ਪਾ ਸਕਦੇ ਆ। ਤਾਂ ਅਸੀਂ ਇੱਕ ਕੈਂਪੇਨ ਵੀ ਸ਼ੁਰੂ ਕੀਤੀ ਆ, ਜਿਹੜੀ ਕੈਂਪੇਨ ਦਾ ਨਾਮ ਹੈਗਾ $10। ਅਸੀਂ ਬੇਨਤੀ ਕਰਦੇ ਸਾਰਿਆਂ ਨੂੰ ਕਿ ਸਾਰੇ ਵਿਅਕਤੀ ਜਿੰਨੇ ਵੀ ਸਿੱਖ ਹੈਗੇ, ਜਿੰਨੇ ਵੀ ਸੁਣਦੇ, ਜਿੰਨੇ ਵੀ ਦੁਨੀਆ 'ਚ ਹੈ, ਕਿ ਉਹ $10 ਬਸ ਦੇਣ ਆਪਣੀ ਮਾਂ ਲਈ। ਅਸੀਂ ਫਿਰ ਇਹੀ ਕੈਂਪੇਨ ਸਾਡੀ have you given your $10 for your mother। ਤਾਂ ਇਹੀ ਅਸੀਂ ਬੇਨਤੀ ਕਰਦੇ ਕਿ ਜੇ ਕਿਸੇ ਦੀ ਇੱਛਾ ਹੈ ਕਿ ਘੱਟੋ ਘੱਟ $10 ਦੇਣ ਆਪਣੀ ਮਾਤਾ ਜੀ ਲਈ ਕਿ ਇਹ ਮੂਵੀ ਬਣੇ ਸਾਡੇ ਭਵਿੱਖ ਵਾਸਤੇ, ਤਾਂ ਉਹ GoFundMe ਤੇ ਆਪਣਾ ਦਾਨ ਦੇ ਸਕਦੇ ਆ। ਤਾਂ ਹੋਰ ਜਿਹੜੇ ਜ਼ਰੀਏ ਹੈਗੇ ਆ, ਜਿਹੜੀ ਸਾਡੀ ਹੈਗੀ ਟੀਮ ਸਾਰੀ 70+ ਜਿਹੜੇ ਹੈਗੇ ਆ UK ਐਂਡ ਇੰਡੀਆ ਐਂਡ ਕੈਨੇਡਾ ਦੇ ਵਿੱਚ ਵੀ ਵਰਲਡ ਵਾਈਡ, ਉਹ ਆਪਣਾ ਸਮਾਂ ਦੇ ਰਹੇ ਆ। ਸੋ ਕੋਈ ਹੈਗਾ ਡਿਜੀਟਲ ਮਾਰਕੀਟਿੰਗ ਦਾ ਐਕਸਪਰਟ, ਕੋਈ ਹੈਗਾ ਮਾਰਕੀਟਿੰਗ ਦਾ, ਕਿਸੇ ਨੂੰ ਹੈਗੀ ਟੈਕਨੋਲੋਜੀ ਵੱਲ ਜ਼ਿਆਦਾ ਧਿਆਨ, ਕੋਈ ਹੈਗਾ ਫਾਈਨੈਂਸ ਵਿੱਚ, ਜਿਸ ਫੀਲਡ ਦੇ ਵਿੱਚ ਕਿਸੇ ਦੀ ਸਕਿੱਲ ਸੈਟ ਹੈ ਉਹ ਆਪਣਾ ਸਕਿੱਲ ਸੈਟ ਲੈ ਕੇ ਆ ਰਹੇ ਆ। ਤਾਂ ਉਸ ਦੇ ਨਾਲ ਉਹ ਵੱਡੀ ਸਾਡੀ ਟੀਮ ਬਣੀ ਹੈ। ਤਾਂ ਜੇ ਕੋਈ ਸੁਣਦਾ ਹੋਵੇ, ਜਿਹਦੀ ਕੋਈ ਇੱਛਾ ਹੋਵੇ, ਤਾਂ ਉਹ ਸਾਡੇ ਸੋਸ਼ਲ ਮੀਡੀਆ ਪੇਜਸ ਤੇ ਜਾ ਕੇ Facebook The Motherhood ਅਤੇ ਨਾਲ ਦੀ ਨਾਲ Instagram ਤੇ ਵੀ ਉਹ ਜਾ ਸਕਦੇ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ, ਤਾਂ ਸਾਡੇ ਨਾਲ ਸਾਡੀ ਟੀਮ ਵਿੱਚ ਰਲ ਕੇ ਸਾਡੇ ਨਾਲ ਬਣਾ ਸਕਦੇ ਆ। ਜੀ ਜਿਵੇਂ ਤੁਸੀਂ ਟੀਮ ਦੀ ਗੱਲ ਕੀਤੀ, ਉਸ ਤੋਂ ਪਹਿਲਾਂ ਅਸੀਂ ਡਾਇਰੈਕਟਰ ਦੀ ਗੱਲ ਕੀਤੀ, ਉਹਨਾਂ ਤੋਂ ਇਲਾਵਾ ਹੋਰ ਕਿਹੜੀ ਐਕਸਪਰਟੀਜ਼ ਨੇ ਜੋ ਹਲੇ ਤੱਕ ਜੁੜ ਚੁੱਕੀਆਂ ਨੇ ਇਸ ਪ੍ਰੋਜੈਕਟ ਨਾਲ, ਤੇ ਕਿੰਨਾ ਵੱਡਾ ਪ੍ਰੋਜੈਕਟ ਹੈ, ਕਿੰਨੇ ਬਜਟ ਦੀ ਫਿਲਮ ਹੈਗੀ ਹੈ? ਜਿਹੜੀ ਇਹ ਮੂਵੀ ਹੈ ਇਹਦਾ ਕਾਸਟ ਹੈਗਾ $4.3 ਮਿਲੀਅਨ ਕੈਨੇਡੀਅਨ ਡਾਲਰਸ। ਤਾਂ ਇਹ ਸਾਡੀ ਕੌਮ ਲਈ ਬਹੁਤਾ ਨੀਗਾ, ਮਹਾਰਾਜ ਦੀ ਕਿਰਪਾ। ਤਾਂ ਜਿਹੜੀ ਹੈਗੀ ਆ ਡਿਫਰੈਂਟ ਫੀਲਡ, ਜਿੱਦਾਂ ਆਪ ਜੀ ਕਹਿ ਰਹੇ ਆ, ਹੁਣ ਸਾਰੇ ਸਕਿੱਲ ਸੈਟ ਦੀ ਲੋੜ ਆ। ਜਿੱਦਾਂ ਮੈਂ ਪਹਿਲਾਂ ਕਹਿ ਕੇ ਕੋਈ ਸੋਸ਼ਲ ਮੀਡੀਆ ਦੇ ਵਿੱਚ ਸਟਰੋਂਗ ਹੁੰਦਾ, ਕੋਈ ਡਿਜੀਟਲ ਮਾਰਕੀਟਿੰਗ ਦੇ ਵਿੱਚ, ਸਾਨੂੰ ਖਾਸ ਕਰਕੇ ਇਹਨਾਂ ਦੀ ਵੀ ਲੋੜ ਹੈਗੀ ਜਿਹੜੀ ਸੋਸ਼ਲ ਮੀਡੀਆ ਤੇ ਹੁਣ, ਜਿਹਨੂੰ ਕੋਈ ਵੀਡੀਓ ਦੀ ਹੈਲਪ ਐਡੀਟਿੰਗ ਕਰ ਸਕਦਾ ਹੈ। ਇਸ ਤੱਕ ਸਾਰੇ ਸਕਿੱਲ ਸੈਟਾਂ ਦੀ ਸਾਨੂੰ ਲੋੜ ਆ, ਐਂਡ ਜਿੰਨੇ ਵੱਧ ਤੋਂ ਵੱਧ ਹੋਣ ਉਨਾ ਹੀ ਵਧੀਆ ਜੀ। ਜੀ ਇਸ ਫਿਲਮ ਬਾਰੇ ਇੱਕ ਗੱਲ ਹੋਰ ਵੀ ਕਹਿਣੀ ਬਣਦੀ ਹੈ ਕਿ ਪਹਿਲਾਂ ਅਸੀਂ ਦੇਖਿਆ ਕਿ ਫਿਲਮਾਂ ਬਣਦੀਆਂ ਫਿਰ ਪ੍ਰਮੋਟ ਹੁੰਦੀਆਂ, ਪਰ ਇਹ ਫਿਲਮ ਪ੍ਰੋਡਕਸ਼ਨ ਦੇ ਨਾਲ ਪ੍ਰਮੋਟ ਹੋ ਰਹੀ ਹੈ। ਹਲੇ 1 ਸਾਲ ਦਾ ਸਮਾਂ ਕਰੀਬ ਪਿਆ ਇਸ ਫਿਲਮ ਦੇ ਰਿਲੀਜ਼ ਹੋਣ ਲਈ, ਪਰ ਉਸ ਤੋਂ ਪਹਿਲਾਂ ਅਸੀਂ ਇਸ ਫਿਲਮ ਦੀ ਗੱਲ ਕਰ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਗੁਰਦੁਆਰਿਆਂ ਵਿੱਚ ਵੀ ਜਾ ਰਹੇ ਹੋ ਤੇ ਟੀਜ਼ਰ ਦਿਖਾ ਕੇ ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਹੈ? ਹਾਂਜੀ ਜ਼ਰੂਰ ਜੀ। ਇਹ ਜਿਹੜੀ ਫਿਲਮ ਹੈ ਇਹ ਰਿਲੀਜ਼ ਹੋ ਗਈ ਇਨ April 2019। ਤਾਂ ਅਸੀਂ ਇਸ ਵੇਲੇ ਅਸੀਂ ਪੂਰੇ ਵਰਲਡ ਵਾਈਡ ਇੱਕ ਟੂਰ ਚੱਲ ਰਿਹਾ ਹੈ। ਅਸੀਂ ਮਹਾਰਾਜ ਦੀ ਕਿਰਪਾ ਨਾਲ ਪਹਿਲੇ UK ਦੇ ਵਿੱਚ ਕੀਤਾ ਸੀਗਾ 6 ਹਫ਼ਤਿਆਂ ਦਾ, ਗੁਰੂ ਘਰਾਂ ਵੀ, ਰੇਡੀਓ ਸਟੇਸ਼ਨਸ, TV ਦੇ ਵਿੱਚ ਵੀ ਜਾ ਕੇ ਅਸੀਂ ਬਹੁਤ ਸਾਨੂੰ ਸਹਿਯੋਗ ਮਿਲਿਆ ਸੀਗਾ UK ਦੀ ਸੰਗਤ ਵਿੱਚੋਂ। ਫਿਰ ਸਾਡੀ ਟੀਮ ਜਾ ਕੇ ਆਈ ਹੈ BC ਦੇ ਵਿੱਚ, ਤਾਂ ਉੱਥੇ ਵੀ ਗੁਰੂ ਘਰਾਂ ਵਿੱਚ ਸੇਮ, ਤਾਂ ਉੱਥੇ ਵੀ ਬਹੁਤ ਸਹਿਯੋਗ ਮਿਲਿਆ। ਤਾਂ ਇਸ ਵੇਲੇ ਅਸੀਂ ਇੱਕ ਟੀਮ ਆਈ ਆ ਟੋਰਾਂਟੋ ਨੂੰ, ਤਾਂ ਅਸੀਂ ਇਸ ਵੇਲੇ ਪ੍ਰਚਾਰ ਕਰ ਰਹੇ ਹਾਂ ਗੁਰੂ ਘਰਾਂ ਵਿੱਚ ਵੀ। ਤਾਂ ਜਿੱਦਾਂ ਅੱਜ ਆਪ ਜੀ ਨੇ ਬਹੁਤ ਕਿਰਪਾ ਕੀਤੀ ਤੇ ਸਾਨੂੰ ਸੱਦਿਆ। ਜੀ ਫਿਲਮ ਸੰਬੰਧੀ ਸਾਡੀ ਗੱਲਬਾਤ ਜਾਰੀ ਰਹੇਗੀ, ਪਰ ਫਿਲਹਾਲ ਲੈਣੇ ਆ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਜਦੋਂ ਅਸੀਂ ਫਿਲਮ ਦੀ ਗੱਲ ਕਰ ਰਹੇ ਹਾਂ, ਇੱਕ ਗਲੋਬਲ ਫਿਲਮ ਤੁਸੀਂ ਬਣਾਉਣ ਜਾ ਰਹੇ ਹੋ ਤੇ ਵੱਖ-ਵੱਖ ਭਾਸ਼ਾਵਾਂ ਵਿੱਚ ਵੀ ਹੋਏਗੀ? ਹਾਂਜੀ, ਇਹ ਅਸੀਂ ਜਿਹੜੀ ਸਾਡੀ ਮੁੱਖ ਭਾਸ਼ਾ ਹੋਊਗੀ ਇਹ ਪੰਜਾਬੀ ਹੋਊਗੀ, ਪਰ ਨਾਲ ਦੀ ਨਾਲ ਅਸੀਂ ਇੰਗਲਿਸ਼ ਵਿੱਚ,
ਤਾਂ ਹਿੰਦੀ ਵਿੱਚ ਵੀ ਬਣਾਈ ਜਾਵੇ। ਅਸੀਂ ਟੋਟਲੀ ਹਿੰਦੁਸਤਾਨ ਨੂੰ ਕਵਰ ਕਰਨਾ ਚਾਹੁੰਦੇ ਕਿ ਸਾਰਿਆਂ ਨੂੰ ਮਾਤਾ ਜੀ ਦਾ, ਸਾਡੇ ਸਿੱਖ ਇਤਿਹਾਸ ਦਾ ਪਤਾ ਲੱਗੇ। ਤਾਂ ਨਾਲ ਦੀ ਨਾਲ ਸਾਡੀ ਇਹ ਵੀ ਹੈ ਕਿ ਅਸੀਂ ਮੈਂਡਰਿਨ 'ਚ ਵੀ ਬਣਾਉਣੀ ਹੈ ਕਿ ਜਿਹੜੀ ਚਾਈਨੀਜ਼ ਐਂਡ ਸਾਊਥ ਈਸਟ ਏਸ਼ੀਆ ਮਾਰਕੀਟ, ਉੱਥੇ ਸਿੱਖ ਵੀ ਕਾਫੀ ਵਸਦੇ ਆ। ਉੱਦਾਂ ਵੀ ਅਸੀਂ ਚਾਹੁੰਦੇ ਕਿ ਮਾਤਾ ਜੀ ਦਾ ਜਿਹੜਾ ਪ੍ਰਚਾਰ ਹੈ ਸਿੱਖੀ ਉੱਥੇ ਤੱਕ ਵੀ ਪਹੁੰਚੇ। ਤਾਂ ਨਾਲ ਦੀ ਨਾਲ ਜਿਹੜੀ ਫਾਈਨਲ ਲੈਂਗੁਏਜ ਹੈਗੀ ਸਪੈਨਿਸ਼, ਕਿ ਸਪੈਨਿਸ਼ ਲੈਂਗੁਏਜ ਕਾਫੀ ਗਲੋਬਲ ਹੈ, ਤਾਂ ਉਹ ਵੀ ਸਾਊਥ ਅਮਰੀਕਾ, ਤਾਂ ਉਹ ਜਿਹੜੀ ਕੰਟਰੀਆਂ ਹੈਗੀਆਂ ਉੱਧਰ ਤੱਕ ਵੀ ਕਵਰ ਹੋਵੇ। ਤਾਂ ਇਹ ਵੀ ਇੱਛਾ ਹੈ ਕਿ ਫਿਊਚਰ ਦੇ ਜੇ ਮਹਾਰਾਜ ਕਿਰਪਾ ਕਰੇ ਕਿ ਸ਼ਾਇਦ ਜਰਮਨ ਤਾਂ ਫ੍ਰੈਂਚ ਵਿੱਚ ਵੀ ਕਰ ਸਕੀਏ। ਜਦੋਂ ਆਪਾਂ ਕੋਈ ਇਤਿਹਾਸ ਦਾ ਸਬਜੈਕਟ ਲੈ ਕੇ ਆਉਂਦੇ ਹਾਂ ਨਾ, ਤਾਂ ਇੱਕ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਫੈਕਟਸ ਨੇ ਉਹ ਸਹੀ ਤਰੀਕੇ ਨਾਲ ਪੇਸ਼ ਕੀਤੇ ਜਾਣ, ਕਿਉਂਕਿ ਇਹ ਕੋਈ ਕਮਰਸ਼ੀਅਲ ਫਿਲਮ ਨਹੀਂ ਹੈਗੀ ਕਿ ਜਿਸ ਨਾਲ ਪੈਸਾ ਬਣਾਉਣਾ ਹੈ ਤੇ ਹਿਸਟਰੀ ਨਾਲ ਕੋਈ ਤੋੜ ਮਰੋੜ ਕੀਤੀ ਜਾਏ, ਪਰ ਉਹ ਫੈਕਟਸ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ। ਇਸ ਲਈ ਇਤਿਹਾਸ ਦੇ ਜਿਹੜੇ ਪੰਨੇ ਨੇ ਉਹਨਾਂ ਨੂੰ ਫਰੋਲਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਉਹ ਇਤਿਹਾਸ ਕਿਸ ਤਰ੍ਹਾਂ ਤੁਸੀਂ ਕਲੈਕਟ ਕੀਤਾ? ਹਾਂ, ਜਿੱਦਾਂ ਆਪ ਜੀ ਕਹਿੰਦੇ ਇਹ ਬਹੁਤ ਜ਼ਰੂਰੀ ਹੈ, ਕਰਕੇ ਜਿੱਦਾਂ ਆਪ ਜੀ ਕਹਿ ਵੀ ਗਏ ਆ ਕਿ ਅਸੀਂ ਇੱਕ ਚੈਰਿਟੀ ਬਣਾ ਰਹੇ ਹਾਂ। ਤਾਂ ਜਿੰਨੇ ਵੀ ਹੈਗੇ ਸਾਡੇ ਵਿੱਚ ਟੀਮ ਦੇ ਵਿੱਚ ਮਾਰੀ ਕਿ ਸਾਰਿਆਂ ਦੀ ਇੱਛਾ ਤੇ ਭਾਵਨਾ ਬਹੁਤ ਹੈ ਇਸ ਮੂਵੀ ਦੇ ਵਿੱਚ। ਤਾਂ ਜਿਹੜੀ ਸਾਡੀ ਹਿਸਟੋਰੀਕਲ ਡਾਕੂਮੈਂਟ, ਸਾਡੇ ਕੋਲ ਹਿਸਟੋਰੀਅਨ ਹੈਗੇ ਆ ਜਿਨ੍ਹਾਂ ਨੇ ਬਹੁਤ ਚਿਰਾਂ ਦੀ ਖੋਜ ਕੀਤੀ ਹੈ ਗ੍ਰੰਥਾਂ ਦੇ ਰਾਹੀਂ। ਉੱਦਾਂ ਵੀ ਜਿਹੜੇ ਗੁਰਸਿੱਖ ਹੈਗੇ ਆ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਆ, ਤੇ ਜਿਹੜੇ ਮਹਾਂਪੁਰਖ ਹੋਏ ਉਹਨਾਂ ਦੇ ਬਚਨਾਂ ਰਾਹੀਂ ਇਹ ਸਾਰਾ ਇਕੱਠਾ ਕਰਕੇ ਉਹ ਜਿਹੜੀ ਸਾਰਾ ਕਲੇਟ ਕਰਕੇ ਫਿਰ ਉਹ ਇਹ ਮੂਵੀ ਬਣਾ ਰਹੀ ਹੈ ਮਾਤਾ ਸਾਹਿਬ ਕੌਰ ਦੇ ਜੀਵਨ ਤੇ। ਇਹ ਸ਼ੁਰੂ ਹੋ ਗਈ ਮਾਤਾ ਜੀ ਦੇ ਪ੍ਰਕਾਸ਼ ਤੋਂ, ਫਰਮ ਦੈਮ ਕਮਿੰਗ ਟੂ ਦਿਸ ਵਰਲਡ, ਐਂਡ ਫਿਰ ਕਿੱਦਾਂ ਅਨੰਦਪੁਰ ਸਾਹਿਬ ਜੀ ਆਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਕੋਲ, ਕਿਸ ਤਰ੍ਹਾਂ ਫਿਰ ਅੰਮ੍ਰਿਤ ਸੰਚਾਰ, ਕਿਸ ਤਰ੍ਹਾਂ ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦੀ ਕੀ ਡਿਊਟੀ ਲੱਗਦੀ ਹੈ। ਸਾਨੂੰ ਇਹ ਇਤਿਹਾਸ ਵਿੱਚ ਬਹੁਤਾ ਆਮ ਬੰਦਾ ਨਹੀਂ ਜਾਣੂ ਕਿ ਮਾਤਾ ਸਾਹਿਬ ਕੌਰ ਦੀ ਪੂਰੀ ਐਡਮਿਨਿਸਟ੍ਰੇਸ਼ਨ ਦੀ ਕੰਟਰੋਲ ਸੀ ਅਨੰਦਪੁਰ ਸਾਹਿਬ ਦੇ ਵਿੱਚ। ਸੋ ਜਿੱਥੇ ਵੀ ਕੋਈ ਵੀ ਘੋੜੇ ਆਉਂਦੇ ਸੀ, ਜਿੱਥੇ ਮਾਇਆ, ਜਿੱਥੇ ਵੀ ਲੰਗਰ, ਸਾਰਾ ਮਾਤਾ ਸਾਹਿਬ ਕੋਲ ਦੇ ਫੁੱਲ ਕੰਟਰੋਲ ਸੀਗਾ, ਉਹ ਸਾਰਾ ਸਾਂਭਦੇ ਸੀਗੇ ਅਨੰਦਪੁਰ ਸਾਹਿਬ ਦਾ। ਫਿਰ ਉਸ ਤੋਂ ਬਾਅਦ ਕਿੱਦਾਂ ਵਿਛੋੜਾ ਹੋਇਆ, ਕਿਸ ਤਰ੍ਹਾਂ ਫਿਰ ਮਾਤਾਵਾਂ ਦਿੱਲੀ ਗਈਆਂ, ਇਹ ਸਾਰਾ ਟੋਟਲੀ ਇਨ ਡੀਟੇਲ ਵਿੱਚ ਕਵਰ ਕੀਤਾ ਜਾਊਗਾ। ਕਿਉਂ ਫਿਰ ਪੂਰੀ ਸੀਨ ਆ ਕਿ ਕਿਸ ਤਰ੍ਹਾਂ ਮਾਤਾ ਜੀ ਦੀ ਜਰਨੀ ਹੋਈ ਆ, ਤਾਂ ਕਿਸ ਤਰ੍ਹਾਂ ਸਾਡੀ ਮਾਂ ਬਣੇ ਆ, ਤਾਂ ਸਾਨੂੰ ਅੱਜ ਵੀ ਕਿਸ ਤਰ੍ਹਾਂ ਸਾਨੂੰ ਮਾਤਾ ਜੀ, ਆਪਣੀ ਜਿਹੜੀ ਮਾਤਾ ਜੀ ਆ, ਇਹ ਸਿੱਖ ਪੰਥ ਦੀ ਮਾਤਾ, ਕਿ ਸਾਨੂੰ ਆਪਣੇ ਜੀਵਨ ਵਿੱਚ ਕਿੱਦਾਂ ਅਪਣਾਉਣੇ ਚਾਹੀਦੇ ਤੇ ਕਿੱਦਾਂ ਸਾਨੂੰ ਉਹਨਾਂ ਨੂੰ ਵੀ ਆਰਾਧਨਾ ਤੇ ਚੇਤੇ ਕਰਨਾ ਚਾਹੀਦਾ। ਮਿਊਜ਼ਿਕ ਦੀ ਜੇ ਗੱਲ ਕਰੀਏ ਤਾਂ ਮਿਊਜ਼ਿਕ ਇਸ ਫਿਲਮ ਵਿੱਚ ਕਿੰਨਾ ਅਹਿਮ ਰੋਲ ਅਦਾ ਕਰਨ ਜਾ ਰਿਹਾ ਹੈ? ਬਹੁਤ ਜ਼ਿਆਦਾ। ਮਿਊਜ਼ਿਕ ਦੇ ਨਾਲ ਹੀ ਜਿੰਨੀ ਐਨੀਮੇਸ਼ਨ ਦੀ ਇੰਪੋਰਟੈਂਸ ਹੈ ਉਹਨੇ ਨਾਲ ਦੀ ਸਾਊਂਡ ਤੇ ਮਿਊਜ਼ਿਕ ਦੀ ਹੈਗੀ। ਸੋ ਸਾਡੇ ਕੋਲ ਇੱਕ ਮਿਊਜ਼ਿਕ ਡਾਇਰੈਕਟਰ ਹੈਗਾ, ਯੰਗ ਮਿਊਜ਼ਿਕ ਡਾਇਰੈਕਟਰ, ਟੈਲੈਂਟਡ, ਤਵਲੀਨ ਸਿੰਘ ਆ, ਤਾਂ ਉਹ ਸਾਰੀ ਇਹਨੂੰ ਸਾਂਭ ਰਿਹਾ ਹੈ। ਐਂਡ ਸਾਡੇ ਨਾਲ ਰਲ ਕੇ ਜਿੱਥੇ ਸ਼ਬਦ, ਜਿੱਥੇ ਵੀ ਕਵਿਤਾ, ਜਿੱਥੇ ਵੀ ਲੋੜ ਹੈ, ਅਸੀਂ ਵੀ ਜਿੱਦਾਂ ਸਾਹਿਬਜ਼ਾਦਾ ਬਾਕੀ ਮੂਜ਼ਿਕ ਜਿਹਨੇ ਅਹਿਮੀਅਤ ਪਾਈ ਹੈ, ਅਸੀਂ ਵੀ ਉਨਾ ਹੀ ਜਾਂ ਵੱਧ ਪਾ ਰਹੇ ਹਾਂ। ਜੀ, ਜਿਵੇਂ ਟੌਪਿਕ ਹੈਗਾ ਇੱਕ ਵਿਮਨ ਅਪਲਿਫਟਮੈਂਟ ਦੀ ਗੱਲ ਹੋ ਰਹੀ ਹੈ, ਜੋ ਕਿ ਸਿੱਖ ਧਰਮ ਵਿੱਚ ਸ਼ੁਰੂਆਤ ਤੋਂ ਹੀ ਹੁੰਦੀ ਆਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਾਡੇ ਲਈ ਵਿਮਨ ਰੋਲ ਮਾਡਲਸ ਰਹੀਆਂ। ਅਸੀਂ ਮਾਈ ਭਾਗੋ ਜੀ ਦੀ ਗੱਲ ਕਰੀਏ, ਬੇਬੇ ਨਾਨਕੀ ਜੀ ਦੀ ਗੱਲ ਕਰੀਏ, ਇਸ ਤੋਂ ਬਾਅਦ ਕੀ ਤੁਸੀਂ ਸੋਚ ਰਹੇ ਹੋ ਕਿ ਉਹਨਾਂ ਸਬਜੈਕਟਸ ਤੇ ਵੀ ਕੰਮ ਕੀਤਾ ਜਾਏਗਾ? ਹਾਂਜੀ ਜ਼ਰੂਰ ਜੀ। ਦੇਖੋ ਜੇ ਮਹਾਰਾਜ ਕੀ ਕਰਾਉਂਦੇ ਆ, ਪਰ ਸਾਡੀ ਇਹ ਡੈਫੀਨਿਟਲੀ ਸਾਡੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਜ਼ਰੂਰ ਲੋੜ ਆ। ਕਿਉਂਕਿ ਜੇ ਅਸੀਂ ਦੇਖੀਏ ਪੰਜਾਬ ਵੱਲ ਜਾਂ ਅਸੀਂ ਇੱਧਰ ਕੈਨੇਡਾ ਵੱਲ ਦੇਖੀਏ, ਜਿਹੜੀ ਹੈਗੀ ਸਾਡੀ ਫੀਮੇਲ ਟੂ ਮੇਲ ਰੇਸ਼ੀਓ ਬਹੁਤ ਲੋ ਆ। ਤਾਂ ਇਹਦਾ ਵੀ ਕਾਰਨ ਆ ਕਿ ਇਹ ਅਸੀਂ ਕੀ ਕਹਿ ਸਕਦੇ ਹਾਂ ਕਿ ਇਹ ਸਾਡੀ ਜਿੱਦਾਂ ਨਾ ਜਿਹੜੀ ਬੈਕਵਰਡ ਥਿੰਕਿੰਗ ਹੈ ਥੋੜ੍ਹੀ ਜਿਹੀ, ਕਿ ਬੱਚੀ ਨੀਵੀਂ ਆ, ਕਿ ਥੋੜ੍ਹਾ ਜਿਹਾ ਬੋਝ ਆ। ਪਰ ਇਹ ਸਾਡੇ ਗੁਰੂਆਂ ਦੇ, ਸਾਡੇ ਇਤਿਹਾਸ ਨੇ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀਗਾ ਕਿ ਕੁੜੀ ਮਾਰ ਨਹੀਂ ਕਰਨੀ, ਨਾਲ ਹੀ ਉਹਨਾਂ ਨਾਲ ਸੰਬੰਧ ਰੱਖਣਾ। ਤਾਂ ਅੱਜ ਕੱਲ੍ਹ ਸਾਡਾ ਜਿਹੜਾ ਫੀਮੇਲ ਤੇ ਮੇਲ ਰੇਸ਼ੀਓ ਬਹੁਤ ਲੋ ਆ, ਖਾਸ ਕਰਕੇ ਜਿਹੜੀ ਪੰਜਾਬੀ ਸਿੱਖ ਕਮਿਊਨਿਟੀ ਆ। ਤਾਂ ਇਹ ਮੂਵੀ ਰਾਹੀਂ ਅਸੀਂ ਨਾ ਹੀ ਕਿ ਸਾਡੀ ਡੋਟਰਸ ਨੂੰ ਇੰਸਪਾਇਰ ਕਰਨਾ ਚਾਹੁੰਦੇ, ਪਰ ਅਸੀਂ ਆਪਣੇ ਜਿਹੜੇ ਮੇਲ ਕਾਊਂਟਰਪਾਰਟਸ ਹੈ, ਜਿਹੜੇ ਸਾਡੇ ਮੁੰਡੇ ਆ, ਜਿਹੜੇ ਸਾਡੇ ਹੈਗੇ ਮੇਲ, ਜਿਹੜੇ ਸਾਡੇ ਬਜ਼ੁਰਗ ਵੀ ਆ, ਉਹਨਾਂ ਤੱਕ ਵੀ ਪਹੁੰਚੇ ਕਿ ਜਿਹੜੀ ਫੀਮੇਲ ਉਹ ਬਰੋਬਰ ਦਾ ਦਰਜਾ ਆ। ਤਾਂ ਮਹਾਰਾਜ ਨੇ ਇਹ ਵੀ ਸਾਨੂੰ ਇਹ ਕਿਹਾ ਕਿ ਸੋ ਕਿਉ ਮੰਦਾ ਆਖਿਆ ਜਿਤ ਜੰਮੈ ਹੈ ਰਾਜਾਨ, ਕਿ ਰਾਜੇ ਫੀਮੇਲ ਦੇ ਕੁੱਖ ਤੋਂ ਹੀ ਪੈਦਾ ਹੁੰਦੇ ਆ। ਅਸੀਂ ਵੀ ਫੀਮੇਲ ਤੋਂ ਹੀ ਆਏ ਆ। ਜੇ ਨਾ ਫੀਮੇਲ ਹੁੰਦੀ ਤਾਂ ਸ੍ਰਿਸ਼ਟੀ ਗਾਂ ਕਿੱਦਾਂ ਚੱਲੇਗੀ? ਤਾਂ ਜਿਹੜਾ ਇਹ ਬਹੁਤ ਇੰਪੋਰਟੈਂਟ ਕਿ ਅਸੀਂ ਅਪਲਿਫਟਮੈਂਟ ਮੈਨੀ ਡਿਫਰੈਂਟ ਐਂਗਲਸ ਤੋਂ ਕਰੀਏ, ਕਿ ਸਾਡੇ ਜਿਹੜੇ ਫੀਮੇਲ ਰੋਲ ਮਾਡਲਸ ਆ ਜ਼ਰੂਰ ਪੇਸ਼ ਹੋਣ, ਤਾਂ ਸਾਡੇ ਬੱਚਿਆਂ ਨੂੰ, ਤਾਂ ਸਾਡੇ ਜਿਹੜੇ ਹੋਰ ਵੀ ਹੈਗੇ ਸਾਡੀ ਕਮਿਊਨਿਟੀ, ਉਹਨਾਂ ਨੂੰ ਪਤਾ ਲੱਗੇ the importance of females।
ਜੀ ਡੈਫੀਨਿਟਲੀ ਬਹੁਤ ਅੱਛਾ ਸਬਜੈਕਟ, ਬਹੁਤ ਅੱਛਾ ਐਫਰਟ ਤੁਸੀਂ ਕਰ ਰਹੇ ਹੋ ਤੇ ਪੀਡੀਸੀ ਨੈਟਵਰਕ ਵੱਲੋਂ ਤੁਹਾਨੂੰ ਬੈਸਟ ਵਿਸ਼ੇਸ। ਜਾਂਦੇ ਜਾਂਦੇ ਤੁਸੀਂ ਇੱਕ ਵਾਰੀ ਸੰਗਤਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ? ਹਾਂਜੀ, ਬਸ ਸੰਗਤ ਜੀ ਨੂੰ ਇਹੀ ਬੇਨਤੀ ਕਿ ਇਹ ਜਿਹੜਾ ਉਪਰਾਲਾ ਹੈ ਇੱਕ ਚੈਰਿਟੀ ਕਰ ਰਹੀ ਆ। ਸਾਡਾ ਮਨੋਰਥ ਇਹੀ ਆ ਕਿ ਸਾਡੇ ਬੱਚੇ ਸਾਡੇ ਇਤਿਹਾਸ ਨਾਲ ਜੁੜੇ ਰਹਿਣ। ਸੋ ਜੋ ਵੀ ਕੋਈ ਸੁਣ ਰਿਹਾ ਹੈ, ਜਿਹੜਾ ਸਾਡਾ GoFundMe ਦਾ ਜਿਹੜਾ ਲਿੰਕ ਆ ਰਿਹਾ ਹੈ, ਉਹਨਾਂ ਤੇ ਬੇਨਤੀ ਹੈ ਕਿ ਤੁਸੀਂ ਜ਼ਰੂਰ ਜਾਓ ਤਾਂ ਆਪਣਾ ਹਿੱਸਾ ਪਾਓ ਤਾਂ ਆਪਣਾ ਦਸਵੰਧ ਤੁਸੀਂ ਸਫਲ ਕਰੋ ਜੀ। ਜੀ ਅਸੀਂ ਵੀ ਸੰਗਤਾਂ ਨੂੰ ਇਹੀ ਅਪੀਲ ਕਰਾਂਗੇ ਕਿ ਤੁਸੀਂ ਵੀ ਇਸ ਪ੍ਰੋਜੈਕਟ ਦਾ, ਇਸ ਫਿਲਮ ਦਾ ਹਿੱਸਾ ਬਣ ਸਕਦੇ ਹੋ। ਲੋੜ ਹੈ ਤੁਹਾਡੇ ਸਹਿਯੋਗ ਦੀ। ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦ ਵੈਰੀ ਬੈਸਟ। ਥੈਂਕ ਯੂ। ਸਤਿ ਸ਼੍ਰੀ ਅਕਾਲ।